ਲੜੀਵਾਰ ਕਥਾ ਬਿਲਾਵਲ ਦੀ ਵਾਰ ਦੀ ਆਪਾਂ ਸਰਵਣ ਕਰ ਰਹੇ ਹਾਂ। 10 ਪੌੜੀਆਂ ਸੰਪੰਨ ਹੋਈਆਂ ਹਨ। ਮਾਤਾ ਜੀ, ਮਾਤਾ ਸੁਲੱਖਣੀ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਕਹਿੰਦੇ ਕਿ ਤੁਹਾਡੇ ਸਪੁੱਤਰ ਬਾਬਾ ਸ਼੍ਰੀ ਚੰਦ ਨੇ, ਬਾਬਾ ਲਖਮੀ ਦਾਸ ਜੀ ਨੇ, ਤੇ ਤੁਸੀਂ ਉਹਨਾਂ ਨੂੰ ਛੱਡ ਕੇ ਗੁਰਿਆਈ ਗੁਰੂ ਅੰਗਦ ਸਾਹਿਬ ਨੂੰ ਦੇ ਦਿੱਤੀ। ਇਹਦੀ ਗੱਲ ਸਮਝ ਨਹੀਂ ਪਈ ਸਾਨੂੰ। ਤੁਹਾਡੇ ਪੁੱਤਰ ਵੀ ਤਾਂ ਤੁਹਾਡੇ ਆਗਿਆਕਾਰੀ ਹਨ। ਮਾਤਾ ਸੁਲੱਖਣੀ ਦੀ ਇਹ ਬੇਨਤੀ ਸੁਣ ਕੇ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਮੁਖਾਰ ਬਿੰਦ ਚੋਂ ਇਹ ਪਵਿੱਤਰ ਸ਼ਲੋਕ ਉਚਾਰਨ ਕੀਤਾ। ਬਿਲਾਵਲ ਦੀ ਵਾਰ ਵਿੱਚ ਇਹ ਸ਼ਲੋਕ ਦਰਜ ਹੈ। ਸਰਵਣ ਕਰਨ ਤੋਂ ਪਹਿਲਾਂ ਆਖੀਏ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਪਹਿਲਾ। ਕੋਈ ਬਾਹੇ ਕੋ ਲੂਣੈ, ਕੋ ਪਾਏ ਖਲਹਾਨ। ਸ਼ਲੋਕ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਉਚਾਰਦੇ ਨੇ ਤੇ ਕਹਿੰਦੇ, ਸੁਣੋ ਸੁਲੱਖਣੀ ਜੀ, ਇਹ ਸੰਸਾਰ ਦੀ ਖੇਡ ਹੀ ਐਸੀ ਹੈ। ਜਦੋਂ ਜ਼ਮੀਨ ਵਾਹੀ ਜਾਂਦੀ ਹੈ, ਵਾਹੁੰਦਾ ਕੋਈ ਹੈ। ਜ਼ਰੂਰੀ ਨਹੀਂ ਹੁੰਦਾ ਵੀ ਜਿਹੜਾ ਵਾਹ ਰਿਹਾ ਬੀਜੇਗਾ ਵੀ ਉਹੀ। ਇੱਕ ਵਾਹ ਕੇ ਚਲਾ ਜਾਂਦਾ ਤੇ ਦੂਜਾ ਬੀਜਣ ਵਾਲਾ ਆ ਜਾਂਦਾ। ਵਾਹੁੰਦਾ ਕੋਈ ਹੈ, ਬੀਜਦਾ ਕੋਈ ਹੈ। ਫਿਰ ਲੁਣਿਆਂ ਦਾ ਮਤਲਬ ਹੁੰਦਾ ਕੱਟਣਾ। ਜਦੋਂ ਵੱਢਣ ਵਾਲੇ ਆਉਂਦੇ ਉਹ ਕੋਈ ਹੋਰ ਹੁੰਦੇ। ਵਾਢੀ ਤੋਂ ਬਾਅਦ ਖਲਹਾਨ ਵਿੱਚ ਪਾ ਕੇ ਜਦੋਂ ਉਸ ਫਸਲ ਨੂੰ ਕੱਢਿਆ ਜਾਂਦਾ, ਅੱਜ ਕੱਲ੍ਹ ਤਾਂ ਜਿਵੇਂ ਕੰਪੈਨਾਂ ਵਗੈਰਾ ਆ ਗਈਆਂ, ਉਹ ਸਿੱਧਾ ਕੱਢ ਦਿੰਦੀਆਂ ਫਸਲਾਂ। ਪਹਿਲਾਂ ਖਲਹਾਨ 'ਚ ਪਾਇਆ ਜਾਂਦਾ ਬਲਦਾਂ ਦੇ ਨਾਲ, ਫਿਰ ਉਹ ਕਣਕ ਦੇ ਸਿੱਟੇ ਕਣਕ ਦੇ ਨਾੜ ਨਾਲੋਂ ਵੱਖਰੇ ਕੀਤੇ ਜਾਂਦੇ। ਕਹਿੰਦੇ ਖਲਹਾਨ ਵਿੱਚ ਉਹ ਕੋਈ ਕੱਢਦਾ ਵਿੱਚ ਪਾ ਕੇ। ਹਾਂਜੀ, ਨਾਨਕ ਏਵ ਨਾ ਜਾਪਈ, ਕੋਈ ਖਾਏ ਨਿਦਾਨ। ਧੰਨ ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਵੀ ਇਹ ਨਹੀਂ ਪਤਾ ਲੱਗਦਾ ਵੀ ਉਹ ਖਾਣੀ ਕਿਸੇ ਹੋਰ ਨੇ ਹੈ। ਇੱਕ ਕਣਕ ਦਾ ਬੀਜ ਕਿਸੇ ਨੇ ਬੀਜਿਆ, ਉਹਨੂੰ ਬੀਜਣ ਤੋਂ ਪਹਿਲਾਂ ਖੇਤ ਵਾਹਿਆ ਕਿਸੇ ਨੇ, ਬੀਜਿਆ ਕਿਸੇ ਨੇ, ਕੱਟਿਆ ਕਿਸੇ ਨੇ, ਕੱਢਿਆ ਕਿਸੇ ਨੇ ਤੇ ਖਾਧਾ ਕਿਸੇ ਨੇ। ਜ਼ਰੂਰੀ ਤੇ ਨਹੀਂ ਵੀ ਜਿਸ ਨੇ ਬੀਜਿਆ ਸੀ ਉਸੇ ਨੇ ਖਾਣਾ, ਜਾਂ ਜਿਸ ਨੇ ਵੱਢਿਆ ਉਸੇ ਨੇ ਖਾਣਾ। ਇਸੇ ਤਰ੍ਹਾਂ ਸੁਲੱਖਣੀ, ਤੇਰੀ ਦ੍ਰਿਸ਼ਟੀ ਵਿੱਚ ਤੈਨੂੰ ਇਉਂ ਪ੍ਰਤੀਤ ਹੁੰਦਾ ਹੈ ਕਿ ਗੁਰਤਾ ਪਿਤਾ ਦੀ ਹੈ, ਇਹਦਾ ਹੱਕ ਪੁੱਤਰ ਦਾ ਹੋਣਾ ਚਾਹੀਦਾ ਹੈ, ਪਰ ਐਸਾ ਨਹੀਂ। ਬੀਜਿਆ ਭਾਵੇਂ ਅਸੀਂ ਹੈ, ਪਰ ਇਸ ਨੂੰ ਖਾਣ ਵਾਲਾ ਕੋਈ ਹੋਰ ਸੀ, ਉਹ ਗੁਰੂ ਅੰਗਦ ਦੇਵ ਸਾਹਿਬ ਨੇ, ਕਿਉਂਕਿ ਧੁਰ ਦਰਗਾਹ ਤੋਂ ਹੁਕਮ ਪਰਮੇਸ਼ਰ ਨੇ ਉਹਨਾਂ ਦੇ ਮਸਤਕ ਤੇ ਪਾ ਕੇ ਭੇਜਿਆ। ਗੁਰਿਆਈ ਉਹਨਾਂ ਨੂੰ ਹੀ ਪ੍ਰਾਪਤ ਹੋਣੀ ਸੀ। ਪੁੱਤਰਾਂ ਤੇਰਿਆਂ ਦਾ ਵੀ ਸਤਿਕਾਰ ਰਹੇਗਾ ਸੰਸਾਰ ਵਿੱਚ, ਪੂਜਾ ਉਹਨਾਂ ਦੀ ਵੀ ਹੋਵੇਗੀ ਕਿ ਗੁਰੂ ਨਾਨਕ ਦੇ ਪੁੱਤਰ ਹਨ। ਪਰ ਗੁਰੂ ਨਾਨਕ ਦੀ ਜੋਤ ਜਿਨ੍ਹਾਂ ਵਿੱਚ ਵਿਦਮਾਨ ਹੈ ਉਹ ਗੁਰੂ ਅੰਗਦ ਦੇਵ ਸਾਹਿਬ ਹਨ। ਇਸੇ ਤਰ੍ਹਾਂ ਦੂਸਰਾ ਅਰਥ ਏਦਾਂ ਵੀ ਮਹਾਂਪੁਰਸ਼ਾਂ ਨੇ ਕੀਤਾ ਫਰੀਦਕੋਟੀ ਟੀਕੇ ਵਿੱਚ। ਸਭ ਤੋਂ ਪੁਰਾਣਾ ਟੀਕਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਹੈ ਉਹ ਫਰੀਦਕੋਟੀ ਟੀਕਾ, ਸਭ ਤੋਂ ਪਹਿਲਾ ਸੰਪੂਰਨ ਟੀਕਾ। ਕੁਝ ਬਾਣੀਆਂ ਦੇ ਟੀਕੇ ਤਾਂ ਪਹਿਲਾਂ ਮਿਲ ਜਾਂਦੇ ਸੀ, ਕੁਝ ਸ਼ਬਦਾਂ ਦੇ ਟੀਕੇ ਵੀ ਬਾਬੇ ਮਿਹਰਬਾਨ ਦੇ ਕੀਤੇ ਵੀ ਮਿਲਦੇ ਨੇ, ਜਿਹੜੇ ਬਾਬਾ ਪ੍ਰਿਥੀ ਚੰਦ ਸਾਹਿਬ ਦੇ ਸੁਪੁੱਤਰ ਸੀ। ਭਾਈ ਮਨੀ ਸਿੰਘ ਸਾਹਿਬ ਜੀ ਨੇ ਬਹੁਤ ਸ਼ਬਦਾਂ ਦੇ ਅਰਥ ਕੀਤੇ ਨੇ। ਪਰਿਆਏ ਗੁਰਬਾਣੀ ਦੀਆਂ ਔਖੇ ਪਦਾਂ ਦੇ ਜਿਹੜੇ ਅਰਥ ਨੇ ਉਹ ਉਦਾਸੀ ਮਹਾਂਪੁਰਸ਼ਾਂ ਨੇ ਬਹੁਤ ਕੀਤੇ, ਪਰ ਸੰਪੂਰਨ ਟੀਕਾ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਪਹਿਲੀ ਵਾਰ ਹੋਇਆ ਉਹ ਫਰੀਦਕੋਟੀ ਟੀਕਾ ਨੂੰ ਕਿਹਾ ਜਾਂਦਾ, ਕਿਉਂਕਿ ਉਹ ਵਾਲੀਏ ਫਰੀਦਕੋਟ ਦੇ ਰਾਜੇ ਨੇ ਉਹ ਟੀਕਾ ਬਕਾਇਦਾ ਕਰਵਾਇਆ ਸੀ ਨਿਰਮਲਿਆਂ, ਉਦਾਸੀਆਂ ਤੇ ਪੰਥ ਦੇ ਹੋਰ ਵਿਦਵਾਨ ਸੱਜਣਾਂ ਨੂੰ ਸੱਦ ਕੇ। ਉਹ ਪੁਰਾਣੀ ਸਦੂਕੜੀ ਭਾਸ਼ਾ ਵਿੱਚ ਕੀਤਾ ਹੋਇਆ ਟੀਕਾ ਹੈ। ਉਸੇ ਟੀਕੇ ਤੋਂ ਬਾਅਦ ਵਿੱਚ ਬਾਕੀ ਸਾਰੇ ਟੀਕੇ ਜਿਹੜੇ ਨੇ ਉਹ ਕੀਤੇ ਗਏ ਨੇ। ਫਰੀਦਕੋਟੀ ਟੀਕੇ ਵਿੱਚ ਇਸ ਤਰ੍ਹਾਂ ਵੀ ਅਰਥ ਕੀਤਾ ਹੋਇਆ, ਕੋਈ ਵਾਹ ਹੈ ਕੋ ਲੁਣੈ ਕੋ ਪਾਏ ਖਲਹਾਨ। ਇਹਦਾ ਮਤਲਬ ਵੀ ਸੁਣਦਾ ਸਰਵਣ ਕੋਈ ਕਰਦਾ, ਕੋਈ ਸਰਵਣ ਕਰ ਰਿਹਾ। ਵਾਹੇ ਦਾ ਮਤਲਬ ਕੋਈ ਸਰਵਣ ਕਰ ਰਿਹਾ, ਲੁਣਾ ਦਾ ਮਤਲਬ ਕੋਈ ਮਨਨ ਕਰ ਰਿਹਾ, ਪਾਏ ਖਲਹਾਨ ਦਾ ਮਤਲਬ ਹੈ ਕੋਈ ਨਿਧਿਆਸਣ ਕਰ ਰਿਹਾ। ਪਰ ਖਾਣ ਵਾਲਾ ਨਿਦਾਨ ਕਿਹੜਾ ਹੋਵੇਗਾ, ਯਾਨੀ ਕਿ ਜਿਹਦੇ ਅੰਦਰ ਸਾਖਸ਼ਾਤਕਾਰ ਹੋਵੇਗਾ ਉਹ ਕਿਹੜਾ ਹੋਵੇਗਾ, ਇਹ ਨਹੀਂ ਕਿਹਾ ਜਾ ਸਕਦਾ। ਕਈ ਵਾਰੀ ਸੁਣਨ ਵਾਲੇ ਨੂੰ ਪਹਿਲਾਂ ਸਾਖਸ਼ਾਤਕਾਰ ਹੋ ਜਾਂਦਾ ਹੈ ਤੇ ਨਿਧਿਆਸਣ ਵਾਲੇ ਨੂੰ ਹਾਲੇ ਸਾਖਸ਼ਾਤਕਾਰ ਹੋਇਆ ਹੀ ਨਹੀਂ ਹੁੰਦਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸਰਵਣ ਕਰਨ ਵਾਲੇ ਨੂੰ ਵੀ ਹੋ ਸਕਦਾ ਪਹਿਲਾਂ ਸਾਖਸ਼ਾਤਕਾਰ, ਮਨਨ ਕਰਨ ਵਾਲੇ ਨੂੰ ਵੀ ਹੋ ਸਕਦਾ ਹੈ, ਨਿਧਿਆਸਨ ਕਰਨ ਵਾਲੇ ਨੂੰ ਵੀ ਹੋ ਸਕਦਾ। ਪਹਿਲਾਂ ਕਿਸ ਨੇ ਖਾ ਲੈਣਾ ਇਹ ਪਰਮੇਸ਼ਰ ਜਾਣਦਾ, ਅਕਾਲ ਪੁਰਖ ਜਾਣਦਾ ਕਿ ਸਭ ਤੋਂ ਪਹਿਲਾਂ ਕਿਹਦੇ ਅੰਦਰ ਉਹਨੇ ਸਾਖਸ਼ਾਤਕਾਰ ਕਰ ਦੇਣਾ। ਆਪਾਂ ਕਹਿ ਨਹੀਂ ਦਿੰਦੇ ਇਹ ਬੰਦਾ ਹਾਲੇ ਕੁਝ ਦਿਨ ਪਹਿਲਾਂ ਹੀ ਗੁਰੂ ਘਰ ਆਉਣ ਲੱਗਾ ਤੇ ਰੰਗਿਆ ਗਿਆ। ਇਹ ਕੋਵੀ ਨੇ ਜਿਹੜੇ 50-50 ਸਾਲ ਤੋਂ ਆ ਰਹੇ ਨੇ, ਨਹੀਂ ਗੱਲ ਬਣੀ। ਕੀ ਗੱਲ? ਇਹ ਪਰਮੇਸ਼ਰ ਜਾਣਦਾ, ਅਕਾਲ ਪੁਰਖ ਜਾਣਦਾ ਕਿ ਕਿਹਦੇ ਅੰਦਰ ਕਦੋਂ ਕਿਸ ਵੇਲੇ ਕਲਾ ਵਰਤਾ ਦੇਣੀ। ਇਹ ਕੱਜ ਆਇਆ ਉਹਦੇ ਅੰਦਰ ਅੱਜ ਹੀ ਖੇਡ ਵਰਤਾ ਦਿੱਤੀ ਹੈ। ਕਾਰਨ ਕੀ ਹੈ? ਗੁਰੂ ਪਾਤਸ਼ਾਹ ਨੂੰ ਇੱਕ ਡੱਗੀ ਵਾਲਾ ਵਪਾਰੀ ਮਿਲਿਆ ਗੁਰੂ ਨਾਨਕ ਸਾਹਿਬ ਨੂੰ। ਪਾਤਸ਼ਾਹ ਨੇ ਉਹਨੂੰ ਰੋਕ ਕੇ ਪੁੱਛਿਆ ਵੀ ਕੀ ਵੇਚਦਾ? ਕਹਿੰਦਾ ਜੀ ਲੂਣ ਮਿਰਚਾਂ ਵੇਚਦਾ ਪਿੰਡ 'ਚ। ਮਹਾਰਾਜ ਕਹਿੰਦੇ ਕਾਹਦੇ ਨਾਲ ਤੋਲਦਾ? ਉਹਨੇ ਵੱਟੇ ਵਿਖਾਏ ਜੀ, ਇਹ 5 ਸੇਰ ਦਾ ਵੱਟਾ ਹੈ, ਇਹ 2 ਸੇਰ ਦਾ, ਇਹ ਸੇਰ ਦਾ, ਇਹ ਪਾਈ ਹੈ। ਮਹਾਰਾਜ ਕਹਿੰਦੇ ਪਾਈ ਆ ਧੰਨ ਹੈ ਜਿਹਨੇ ਆਪਣੇ ਆਪ ਨੂੰ ਛੋਟਾ ਸਦਾਇਆ। ਇੰਨਾ ਸੁਣਦਿਆਂ ਸਾਰੀ ਉਹਦਾ ਭਰਮ ਦਾ ਪਰਦਾ ਦੂਰ ਹੋਇਆ, ਗੁਰੂ ਚਰਨਾਂ 'ਚ ਨਮਸਕਾਰ ਕੀਤੀ ਤੇ ਆਤਮ ਗਿਆਨ ਹੋ ਗਿਆ। ਭਾਈ ਬਾਲਾ ਜੀ ਨੇ ਪੁੱਛਿਆ ਮਹਾਰਾਜ ਵੀ ਇਹ ਹੁਣੇ ਆਇਆ ਤੇ ਹੁਣੇ ਹੀ ਗਿਆਨ ਪ੍ਰਾਪਤ ਕਰ ਗਿਆ, ਕੋਈ ਸੇਵਾ ਨਹੀਂ ਕੀਤੀ ਤੁਹਾਡੀ? ਮਹਾਰਾਜ ਜੀ ਕਹਿਣ ਲੱਗੇ ਬਾਲਿਆ, ਦੀਵਾ ਲੱਗਾ ਤਿਆਰ ਸੀ, ਵਿੱਚ ਬੱਤੀ ਵੀ ਸੀ, ਤੇਲ ਵੀ ਸੀ, ਬਸ ਅਗਨੀ ਲਾਣੀ ਸੀ, ਉਹ ਅਸੀਂ ਲਾ ਦਿੱਤੀ ਹੈ। ਇੱਕ ਨਾ ਦਾ ਨਾ ਦੀਵਾ ਤਿਆਰ ਹੈ, ਨਾ ਹਾਲੇ ਤੇਲ ਪਾਇਆ, ਨਾ ਵਿੱਚ ਬੱਤੀ ਪਈ, ਉਹਨਾਂ ਦਾ ਟਾਈਮ ਤਾਂ ਲੱਗਣਾ ਹੀ ਹੈ ਨਾ। ਇਹ ਗੱਲ ਸਮਝ ਲੈਣੀ ਚਾਹੀਦੀ ਹੈ। ਇਹਦੀ ਪੂਰਬਲੇ ਜਨਮਾਂ ਦੀ ਬੰਦਗੀ ਸੀ, ਥੋੜੀ ਜੀ ਸਾਧਨਾ ਰਹਿ ਗਈ ਸੀ, ਇਸ ਜਨਮ 'ਚ ਇਹਦੀ ਪੂਰੀ ਹੋ ਜਾਣੀ ਹੈ। ਕੋਈ ਲੱਗਾ ਹੀ ਇਸ ਜਨਮ 'ਚ ਹੈ, ਕੋਈ ਪਿਛਲੇ ਜਨਮ ਦਾ ਲੱਗਾ ਹੋਇਆ, ਕੋਈ ਉਸ ਤੋਂ ਪਿਛਲੇ ਜਨਮ ਦਾ ਲੱਗਾ ਹੋਇਆ, ਚੱਲ ਹੀ ਰਹੀ ਹੈ ਨਾ। ਇਸ ਕਰਕੇ ਇਹ ਨਹੀਂ ਕਹਿ ਸਕਦੇ ਕਿ ਕਦੋਂ ਕਿਸ ਤੇ ਕਿਸ ਵੇਲੇ ਕਿਰਪਾ ਹੋ ਜਾਣੀ। ਕਈ ਵਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਤਨਾ ਰੀਝ ਪੈਂਦੇ ਆ, ਕਿਰਪਾ ਦੇ ਘਰ ਵਿੱਚ ਆ ਜਾਂਦੇ ਆ ਤੇ ਵੇਖਦੇ ਹੀ ਨਹੀਂ ਕੁਝ। ਹੁਣ ਕੌਡੇ ਨੇ ਇਸ ਜ਼ਿੰਦਗੀ ਵਿੱਚ ਤਾਂ ਕੋਈ ਚੰਗਾ ਕੰਮ ਨਹੀਂ ਸੀ ਕੀਤਾ, ਬੰਦੇ ਹੀ ਮਾਰ-ਮਾਰ ਖਾਦੇ ਸੀ। ਕੋਈ ਉਹਦੇ ਪੂਰਬਲੇ ਜਨਮ ਦਾ ਹੀ ਪ੍ਰਤਾਪ ਹੋਵੇਗਾ ਨਾ ਕਿ ਗੁਰੂ ਨਾਨਕ ਸਾਹਿਬ ਉਹਨੂੰ ਮਿਲੇ ਤੇ ਪੂਰਬਲੇ ਜਨਮ ਦੇ ਕੋਈ ਉਹਦੇ ਕਰਮ ਜਾਗੇ ਤੇ ਮਿਲਦਿਆਂ ਸਾਰ ਉਸ ਰਾਖਸ਼ ਨੂੰ ਦੇਵਤਾ ਬਣਾ ਦਿੱਤਾ ਸਤਿਗੁਰਾਂ ਨੇ। ਇਸ ਕਰਕੇ ਕਹਿੰਦੇ ਨਹੀਂ ਪਤਾ ਨਾਨਕ ਏਵ ਨਾ ਜਾਪਈ, ਕਹਿੰਦੇ ਇਹ ਨਹੀਂ ਜਾਪਿਆ ਜਾਂਦਾ ਕੋਈ ਖਾਏ ਨਿਦਾਨ ਕਿ ਕਿਹਨੇ ਖਾ ਲੈਣਾ ਪਹਿਲਾਂ, ਯਾਨੀ ਕਿ ਸਾਖਸ਼ਾਤਕਾਰ ਕਿਹਦੇ ਅੰਦਰ ਪਹਿਲਾਂ ਹੋ ਜਾਣਾ, ਸੁਣਨ ਵਾਲੇ ਦੇ, ਮੰਨਣ ਵਾਲੇ ਦੇ ਕਿ ਨਿਧਿਆਸਨ ਕਰਨ ਵਾਲੇ ਦੇ। ਹਾਂਜੀ। ਮਹੱਲਾ ਪਹਿਲਾ। ਜਿਸ ਮਨ ਵਸਿਆ ਤਰਿਆ ਸੋਏ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਨੇ ਕਿ ਜਿਨ੍ਹਾਂ ਦੇ ਮਨਾਂ ਵਿੱਚ ਪਰਮੇਸ਼ਰ ਵਸਿਆ ਜਾਂ ਉਹਦਾ ਨਾਮ ਵਸਿਆ ਉਹ ਇਸ ਸੰਸਾਰ ਤੋਂ ਤਰੇ ਨੇ। ਜਿਨ੍ਹਾਂ ਦੇ ਮਨ ਵਿੱਚ ਵਸਿਆ ਉਹ ਤਰੇ ਨੇ।
ਜਿਸ ਮਨ ਵਸਿਆ, ਜਿਨ੍ਹਾਂ ਦੇ ਮਨ 'ਚ ਵਸ ਗਿਆ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਜਿਵੇਂ ਮੀਂਹ ਪੈਂਦਾ ਤੇ ਮੀਂਹ ਦੀਆਂ ਬੂੰਦਾਂ ਧਰਤੀ ਵਿੱਚ ਵਸਦੀਆਂ ਨੇ ਤੇ ਧਰਤੀ ਹਰਿਆਵਲ ਹੋ ਜਾਂਦੀ ਹੈ। ਜਦੋਂ ਮੀਂਹ ਪੈਂਦਾ ਉਦੋਂ ਧਰਤੀ ਸੁੱਖ ਨਾਲ ਨਹੀਂ ਵਸਣ ਲੱਗ ਪੈਂਦੀ। ਉਸੇ ਧਰਤੀ 'ਚ ਜਿੱਥੇ ਸੋਕਾ ਪਿਆ ਹੁੰਦਾ, ਸਾੜਾ ਪਿਆ ਹੁੰਦਾ, ਉਹਦੇ 'ਚ ਹਰੇ ਹਰੇ ਰੰਗ ਦੇ ਘਾਹ ਦੇ ਬੂਟੇ ਨਿਕਲ ਆਉਂਦੇ। ਜਿਹੜੇ ਦਰਖਤ ਨੇ ਉਹਨਾਂ ਤੇ ਹਰਿਆਵਲ ਦੀਆਂ ਕੁਰੰਬਲਾਂ ਨਿਕਲ ਆਉਂਦੀਆਂ। ਧਰਤੀ ਹਰਿਆਵਲੀ ਹੋ ਜਾਂਦੀ ਹੈ ਨਾ ਜਦੋਂ ਮੀਂਹ ਵਰਸਦਾ। ਮੀਂਹ ਪਾਇਆ ਪਰਮੇਸ਼ਰ ਪਾਇਆ, ਜੀ ਜੰਤ ਸਭ ਸੁਖੀ ਵਸਾਇਆ। ਸਭ ਸੁਖੀ ਹੋ ਜਾਂਦੇ। ਇਹ ਵੀ ਮੀਂਹ ਹੈ ਜਿਹੜਾ ਸਤਿਗੁਰਾਂ ਦਾ ਸ਼ਬਦ ਹੈ ਨਾ, ਵਾਹਿਗੁਰੂ ਵਾਹਿਗੁਰੂ, ਇਹ ਮੀਂਹ ਹੈ। ਇਹ ਮੌਲੇ ਧਾਰ ਵਰਖਾ ਹੈ। ਜਿਨ੍ਹਾਂ ਜਿਨ੍ਹਾਂ ਹਿਰਦਿਆਂ 'ਚ ਵਰਸੇਗੀ ਨਾ, ਜਿਨ੍ਹਾਂ ਜਿਨ੍ਹਾਂ ਹਿਰਦਿਆਂ 'ਚ ਵਰਸੇਗੀ, ਇਹ ਮੀਂਹ ਦੀਆਂ ਬੂੰਦਾਂ ਜਿਨ੍ਹਾਂ ਜਿਨ੍ਹਾਂ ਹਿਰਦਿਆਂ ਵਿੱਚ ਵਰਸਣਗੀਆਂ, ਉਹ ਹਿਰਦੇ ਸੁੱਖ ਨਾਲ ਵਸ ਜਾਣਗੇ। ਉਹਨਾਂ ਹਿਰਦਿਆਂ 'ਚ ਸੁੱਖ ਵਸੇਗਾ। ਇਹ ਝੜੀ ਹੈ, ਜਦੋਂ ਲੱਗ ਗਈ ਨਾ, ਇਸ ਝੜੀ ਨਾਲ ਹਿਰਦਾ ਖੇੜੇ 'ਚ ਖਿੜ ਜਾਏਗਾ। ਵਰਸਾ ਲਾਏ ਝੜੀ। ਜਦੋਂ ਮਹਾਰਾਜ ਜੀ ਕਹਿੰਦੇ ਆ ਨਾ, ਬਰਸ ਮੇਘ ਜੀ ਤਿਲ ਬਿਲਮ ਨ ਲਾਵੋ, ਉਦੋਂ ਆ ਜਿਹੜਾ ਬੱਦਲ ਬਾਈ ਬਾਹਰ ਹੋਈ ਹੋਈ ਹੈ, ਕੇਵਲ ਇਸੇ ਬੱਦਲ ਨੂੰ ਤਾਂ ਨਹੀਂ ਕਹਿ ਰਹੇ ਵੀ ਤੂੰ ਬਰਸ। ਉੱਥੇ ਪਰਮੇਸ਼ਰ ਨੂੰ ਕਹਿ ਰਹੇ ਨੇ, ਇਹ ਪਰਮੇਸ਼ਰ ਤੂੰ ਬੱਦਲ ਬਣ ਕੇ ਵਰਸ ਸਾਡੇ ਹਿਰਦਿਆਂ 'ਚ, ਨਾਮ ਦਾ ਮੀਂਹ ਪਾ, ਦੇਰੀ ਨਾ ਲਾ, ਤੂੰ ਬੱਦਲ ਬਣ ਕੇ ਵਰਸ। ਬਰਸ ਮੇਘ ਜੀ ਤਿਲ ਬਿਲਮ ਨ ਲਾਵੋ, ਬਰਸ ਪਿਆਰੇ ਮਨ ਸਧਾਰੇ। ਤੂੰ ਵਰਸ। ਜਦੋਂ ਤੂੰ ਵਰਸੇਗਾ ਮੇਰਾ ਹਿਰਦਾ ਸੁੱਖ ਨਾਲ ਵਸੇਗਾ। ਜਿਸ ਮਨ ਵਸਿਆ, ਜਿਸ ਦੇ ਮਨ 'ਚ ਤੂੰ ਵਸਦਾ, ਤੂੰ ਵਰਸਦਾ, ਉਹਦਾ ਹਿਰਦਾ ਸੁੱਖ ਨਾਲ ਵਸ ਜਾਂਦਾ ਹੈ। ਨਾਨਕ ਜੋ ਭਾਵੈ ਸੋ ਹੋਏ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਜੋ ਉਸ ਵਾਹਿਗੁਰੂ ਪਰਮੇਸ਼ਰ ਨੂੰ ਭਾਉਂਦਾ ਹੈ ਸੋ ਹੋਏ ਉਹੀ ਕੁਝ ਹੁੰਦਾ। ਬੰਦਿਆਂ ਦੇ ਕੀਤਿਆਂ ਨਹੀਂ ਕੁਝ ਹੋਣਾ, ਨਾ ਪਹਿਲਾਂ ਕਦੇ ਹੋਇਆ, ਨਾ ਹੁਣ ਤੇ ਨਾ ਅੱਗੇ। ਪਹਿਲਾਂ ਵੀ ਜੋ ਹੋਇਆ ਉਸੇ ਦਾ ਕੀਤਾ ਹੋਇਆ, ਹੁਣ ਵੀ ਜੋ ਹੋ ਰਿਹਾ ਉਸੇ ਦੇ ਕੀਤਿਆਂ ਹੋ ਰਿਹਾ, ਆਉਣ ਵਾਲੇ ਸਮੇਂ ਵਿੱਚ ਵੀ ਜੋ ਹੋਵੇਗਾ ਉਸੇ ਦੇ ਕੀਤਿਆਂ ਹੋਵੇਗਾ। ਨਾਨਕ ਜੋ ਭਾਵੈ ਸੋ ਹੋਏ। ਗੁਰੂ ਨਾਨਕ ਸਾਹਿਬ ਕਹਿੰਦੇ ਉਹਨੂੰ ਜੋ ਭਾਉਂਦਾ ਸੋ ਹੋਏ ਉਹੀ ਹੁੰਦਾ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਜੋ ਤੁਧ ਭਾਵੈ ਸੋਈ ਚੰਗਾ। ਜੋ ਤੈਨੂੰ ਭਾਵੇ ਉਹੀ ਭਲਾ, ਹੁੰਦਾ ਵੀ ਉਹੀ ਹੈ ਜੋ ਤੈਨੂੰ ਭਾ ਜਾਂਦਾ ਹੈ। ਪੌੜੀ ਪਾਰ ਬ੍ਰਹਮ ਦਇਆਲ ਸਾਗਰ ਤਾਰਿਆ। ਪੌੜੀ ਜਗਤ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਉਚਾਰਦੇ ਹਨ ਕਿ ਮੇਰਾ ਪਾਰ ਬ੍ਰਹਮ ਪਰਮੇਸ਼ਰ ਦਇਆਲ ਹੈ। ਮੇਰੇ ਰੱਬ ਜੀ ਬੜੇ ਹੀ ਦਿਆਲ ਨੇ, ਮੇਰੇ ਸਹੁ ਜੀ ਮੇਰੇ ਵਾਹਿਗੁਰੂ ਜੀ ਬੜੇ ਹੀ ਦਿਆਲ ਨੇ, ਤਾਂ ਬੜੀ ਦਇਆ ਕਰਦੇ ਨੇ। ਜਿਸ ਤੇ ਦਇਆ ਕਰਦੇ ਹਨ ਸਾਗਰ ਤਾਰਿਆ, ਉਹਨੂੰ ਇਸ ਸਾਗਰ ਤੋਂ ਸੰਸਾਰ ਸਮੁੰਦਰ ਤੋਂ ਤਾਰ ਦਿੰਦੇ ਨੇ ਜਿਹਦੇ ਤੇ ਦਇਆ ਕਰਦੇ ਨੇ। ਜਿਸ ਤੇ ਦਇਆ ਕਰਨ
ਮੇਰੇ ਸਾਹਿਬ ਜੀ ਪ੍ਰਭੂ ਜੀ ਇਤਨੇ ਦਿਆਲ ਨੇ, ਜਿਸ ਤੇ ਦਇਆ ਕਰਦੇ ਹਨ ਉਹਨੂੰ ਇਸ ਸੰਸਾਰ ਸਾਗਰ ਤੋਂ ਤਾਰ ਦਿੰਦੇ ਹਨ। ਗੁਰ ਪੂਰੈ ਮਿਹਰਬਾਨ, ਭਰਮ ਭਾਉ ਮਾਰਿਆ। ਮੇਰਾ ਪੂਰਾ ਗੁਰੂ ਮਿਹਰਬਾਨ ਹੈ, ਮਿਹਰਬਾਨ ਹੈ, ਮਿਹਰਬਾਨ ਹੈ। ਮੇਰਾ ਪੂਰਾ ਗੁਰੂ ਮਿਹਰਬਾਨ ਹੈ, ਤੇ ਜਿਹਦੇ ਤੇ ਦਇਆ ਕਰੇ, ਮਿਹਰ ਕਰੇ, ਉਹਦੇ ਹਿਰਦੇ ਚੋਂ ਭਰਮ ਤੇ ਡਰ ਦੋਵੇਂ ਹੀ ਮਾਰ ਦਿੰਦਾ। ਜਦੋਂ ਖਾਲਸੇ ਦੀ ਪਰਿਭਾਸ਼ਾ ਸਤਿਗੁਰੂ ਜੀ ਦੱਸਦੇ ਆ ਵੀ ਖਾਲਸਾ ਕਿਹੋ ਜਿਹਾ, ਤਾਂ ਮਹਾਰਾਜ ਜੀ ਕਹਿੰਦੇ ਆ ਭਰਮ ਭੇਖ ਤੇ ਰਹਿ ਨਿਆਰਾ। ਖਾਲਸਾ ਉਹ ਹੈ ਜਿਹਦੇ ਅੰਦਰ ਭਰਮ ਨਹੀਂ। ਖਾਲਸਾ ਉਹ ਹੈ ਜਿਹਦੇ ਅੰਦਰ ਭਉ ਨਹੀਂ, ਡਰ ਨਹੀਂ ਕਿਸੇ ਦਾ। ਦੋ ਜਣੇ ਖੜੇ ਨੇ ਸਾਹਮਣੇ, ਸੈਂਕੜੇ ਆ ਗਏ ਨੇ, ਡਰ ਨਹੀਂ ਬਾਬੇ ਗਰਜਾ ਸਿੰਘ ਬੋਤਾ ਸਿੰਘ ਨੂੰ ਵੀ ਇਹ ਸੈਂਕੜਿਆਂ ਦੀ ਗਿਣਤੀ 'ਚ ਆ ਗਏ ਨੇ। ਖਾਲਸਾ ਉਹ ਹੈ ਜਿਹਦੇ ਅੰਦਰ ਭਉ ਨਹੀਂ। ਖਾਲਸਾ ਉਹ ਹੈ ਜਿਹਦੇ ਅੰਦਰ ਭਰਮ ਨਹੀਂ। ਜਿਹੜਾ ਭਰਮ 'ਚ ਹੋਵੇ ਉਹ ਕਾਹਦਾ ਖਾਲਸਾ ਬਈ? ਜਿਹੜਾ ਭਰਮ 'ਚ ਟੁਰਿਆ ਫਿਰੇ ਉਦਾਂ ਕਹੇ ਮੈਂ ਖਾਲਸਾ। ਖਾਲਸੇ ਨੂੰ ਤਾਂ ਭਰਮ ਹੁੰਦਾ ਹੀ ਨਹੀਂ। ਸਤਿਗੁਰਾਂ ਨੇ ਭਰਮ ਰਹਿਣ ਹੀ ਨਹੀਂ ਦਿੱਤਾ ਖਾਲਸੇ ਅੰਦਰ। ਪੂਰਾ ਗੁਰੂ ਐਸਾ ਮਿਹਰਬਾਨ ਹੈ ਜਿਹਨੇ ਆਪਣੇ ਸੇਵਕ ਦੇ ਹਿਰਦੇ ਚੋਂ ਭਰਮ ਤੇ ਭਉ ਦੋਵੇਂ ਹੀ ਮਾਰ ਦਿੱਤੇ ਹਨ। ਕਾਮ ਕ੍ਰੋਧ ਬਿਕਰਾਲ, ਦੂਤ ਸਭ ਹਾਰਿਆ। ਕਾਮ ਤੇ ਕ੍ਰੋਧ ਰੂਪੀ ਇਹ ਜਿਹੜੇ ਵਿਕਰਾਲ ਦੂਤ ਸੀ ਬੜੇ ਭਿਆਨਕ, ਇਹ ਵੀ ਹਾਰ ਗਏ ਨੇ ਰੱਬ ਦੇ ਪਿਆਰਿਆਂ ਦੇ ਸਾਹਮਣੇ। ਇਹ ਉਹਨਾਂ ਦਾ ਕੁਝ ਨਹੀਂ ਵਿਗਾੜ ਸਕਦੇ। ਬੜਾ ਜ਼ੋਰ ਪਾਉਂਦੇ, ਕਦੇ ਕਾਮ ਜ਼ੋਰ ਪਾਉਂਦਾ, ਕਦੇ ਕ੍ਰੋਧ, ਕਦੇ ਲੋਭ, ਕਦੇ ਮੋਹ, ਕਦੇ ਹੰਕਾਰ, ਪਰ ਅਖੀਰ ਨੂੰ ਇਹ ਪੰਜੇ ਵਿਕਾਰ ਹਾਰ ਗਏ। ਗੁਰਮੁਖਾਂ ਦੇ ਉੱਤੇ ਇਹਨਾਂ ਦਾ ਕੋਈ ਜ਼ੋਰ ਨਹੀਂ ਚੱਲਿਆ। ਅੰਮ੍ਰਿਤ ਨਾਮ ਨਿਧਾਨ, ਕੰਠ ਉਰ ਧਾਰਿਆ। ਗੁਰਮੁਖਾਂ ਨੇ ਪਰਮੇਸ਼ਰ ਦੇ ਅੰਮ੍ਰਿਤ ਨਾਮ ਨੂੰ, ਜੋ ਸਾਰੀਆਂ ਨਿਧੀਆਂ ਦਾ ਖਜ਼ਾਨਾ, ਉਹਨੂੰ ਆਪਣੇ ਗਲ ਵਿੱਚ ਧਾਰਨ ਕੀਤਾ। ਕੰਠ ਨਾਮ ਹੁੰਦਾ ਗਲ ਦਾ, ਗਲ ਵਿੱਚ ਧਾਰਨ ਕੀਤਾ, ਯਾਨੀ ਕਿ ਆਪਣੇ ਕੰਠ ਦੁਆਰਾ ਜਪਦੇ ਰਹਿੰਦੇ ਹਨ ਵਾਹਿਗੁਰੂ ਵਾਹਿਗੁਰੂ। ਕੰਠ ਦੁਆਰਾ ਆਰਾਧਦੇ ਰਹਿੰਦੇ ਹਨ। ਨਾਨਕ ਸਾਧੂ ਸੰਗ, ਜਨਮ ਮਰਨ ਸਵਾਰਿਆ। ਧੰਨ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਸਾਧੂ ਜਨਾਂ ਦੀ ਸੰਗਤ ਕਰਕੇ ਗੁਰਮੁਖਾਂ ਨੇ ਆਪਣਾ ਜਨਮ ਵੀ ਸਵਾਰ ਲਿਆ ਤੇ ਆਪਣਾ ਮਰਨਾ ਵੀ ਸਫਲ ਕਰ ਲਿਆ। ਜਨਮ ਵੀ ਸਵਾਰ ਲਿਆ ਤੇ ਮਰਨਾ ਵੀ ਸਵਾਰ ਲਿਆ। ਸਲੋਕ ਮਹੱਲਾ ਤੀਜਾ। ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਜੀ ਸ਼ਲੋਕ ਉਚਾਰਦੇ ਹਨ। ਜਿਨੀ ਨਾਮ ਵਿਸਾਰਿਆ, ਕੂੜੇ ਕਹਿਨ ਕਹਾਨਾ। ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਵਿਸਾਰਿਆ ਹੋਇਆ, ਉਹ ਜੋ ਕਹਿੰਦੇ ਨੇ ਝੂਠ ਹੀ ਕਹਿੰਦੇ ਨੇ। ਜਿੰਨੀਆਂ ਮਰਜ਼ੀ ਗੱਲਾਂ ਕਰਨ, ਬੜੀਆਂ ਬੜੀਆਂ ਲੁਭਾਵਣੀਆਂ ਚੋਪੜੀਆਂ ਗੱਲਾਂ ਕਰਨ ਪਵੇ, ਜੇ ਉਹਨਾਂ ਦੇ ਹਿਰਦਿਆਂ ਚੋਂ ਪਰਮੇਸ਼ਰ ਦਾ ਨਾਮ ਵਿਸਰਿਆ ਹੋਇਆ ਤੇ ਉਹਨਾਂ ਦੀ ਕਹੀ ਹੋਈ ਹਰ ਗੱਲ ਝੂਠੀ ਹੈ। ਜੋ ਮਰਜ਼ੀ ਆਖਣ ਉਹ ਝੂਠ ਹੈ, ਕਿਉਂਕਿ ਅੰਦਰ ਕੁਝ ਹੋਰ ਹੈ, ਮੂੰਹ ਤੇ ਕੁਝ ਹੋਰ ਹੈ, ਫਿਰ ਉਹ ਝੂਠ ਹੀ ਹੋਇਆ ਨਾ। ਜਿਨ੍ਹਾਂ ਦੇ ਹਿਰਦਿਆਂ ਚੋਂ ਪਰਮੇਸ਼ਰ ਦਾ ਨਾਮ ਵਿਸਰਿਆ, ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਉਹ ਝੂਠਾ ਹੀ ਕਹਿੰਦੇ ਕਹਾਉਂਦੇ ਹਨ। ਪੰਚ ਚੋਰ ਤਿਨਾ ਘਰ ਮੋਹਾਨਾ, ਹਉ ਮੈਂ ਅੰਦਰ ਸੰਨ। ਪੰਜ ਚੋਰਾਂ ਨੇ, ਇਹੋ ਜਿਹੇ ਜਿਹੜੇ ਝੂਠੇ ਲੋਕ ਨੇ ਰੱਬ ਦੇ ਨਾਮ ਨੂੰ ਵਿਸਾਰਨੇ ਵਾਲੇ, ਪੰਜ ਚੋਰਾਂ ਨੇ ਉਹਨਾਂ ਦੇ ਅੰਦਰ ਹਉਮੈ ਦੀ ਸੰਨ ਲਾਈ ਹੋਈ। ਜਿਵੇਂ ਚੋਰ ਸੰਨ ਨਹੀਂ ਲਾਉਂਦੇ ਹੁੰਦੇ, ਘਰਾਂ ਨੂੰ ਪਾੜਾ ਪਾਉਂਦੇ, ਕਹਿੰਦੇ ਹਉਮੈ ਨੇ ਸੰਨ ਲਾਈ ਹੋਈ ਆ ਉਹਨਾਂ ਦੇ ਅੰਦਰ। ਔਰ ਪੰਜ ਚੋਰ ਉਸ ਸੰਨ ਦੇ ਵਿੱਚੋਂ ਵੜਦੇ ਐ, ਔਰ ਇਹਦੇ ਹਿਰਦੇ ਰੂਪੀ ਘਰ ਵਿੱਚ ਜਿੰਨੇ ਸ਼ੁਭ ਗੁਣ ਨੇ, ਸਬਰ, ਸੰਤੋਖ, ਦਇਆ, ਸਾਰੇ ਸ਼ੁਭ ਗੁਣਾਂ ਨੂੰ ਲੁੱਟੀ ਜਾਂਦੇ ਹਨ। ਘਰ ਮੋਹਨ, ਮੋਹਨ ਦਾ ਮਤਲਬ ਹੁੰਦਾ ਲੁੱਟਣਾ, ਉਹ ਇਹਦੇ ਘਰ ਨੂੰ ਲੁੱਟ ਰਹੇ ਹਨ। ਸਾਕਤ ਮੁਠੇ ਦੁਰਮਤੀ,
ਹਰ ਰਸ ਨਾ ਜਾਣਨ। ਜਿਹੜੇ ਸਾਕਤ ਨੇ ਉਹ ਠੱਗੇ ਹੋਏ ਨੇ, ਮਾੜੀ ਮੱਤ ਵਾਲੇ ਲੁੱਟੇ ਗਏ ਨੇ, ਉਹ ਹਰੀ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਰਸ ਨਹੀਂ ਮਾਣਦੇ। ਜਿਨੇ ਅੰਮ੍ਰਿਤ ਭਰਮ ਲੁਟਾਇਆ ਬਿਖ ਸਿਉ ਰਚੈ ਰਚਨ। ਕਿਸੇ ਨੂੰ ਅੰਮ੍ਰਿਤ ਮਿਲਿਆ, ਉਹ ਭੁਲੇਖੇ 'ਚ ਪੈ ਗਿਆ, ਭਰਮ 'ਚ ਪੈ ਗਿਆ, ਔਰ ਉਸ ਅੰਮ੍ਰਿਤ ਨੂੰ ਲੁਟਾ ਦਿੱਤਾ ਜ਼ਹਿਰ ਦੇ ਬਦਲੇ। ਇਹੀ ਹਾਲਾਤ ਨੇ ਮਨਮੁਖਾਂ ਤੇ ਸਾਖਤਾਂ ਦੇ। ਅੰਮ੍ਰਿਤ ਲੁਟਾ ਰਹੇ ਨੇ ਜ਼ਹਿਰ ਦੇ ਬਦਲੇ। ਅੰਮ੍ਰਿਤ ਲੁਟਾ ਰਹੇ ਨੇ ਬਿਖ ਸਿਉ ਰਚੈ ਰਚਨ, ਜ਼ਹਿਰ ਨਾਲ ਰਚੇ ਹੋਏ। ਅੰਮ੍ਰਿਤ ਨਾਮ ਹੈ, ਔਰ ਉਸ ਅੰਮ੍ਰਿਤ ਨਾਮ ਨੂੰ ਜਪਣ ਦੀ ਬਜਾਏ ਜ਼ਹਿਰ ਰੂਪੀ ਜਿਹੜੇ ਵਿਕਾਰ ਨੇ ਉਹਨਾਂ ਨੂੰ ਪੁੰਚ ਰਹੇ ਨੇ। ਇਹੋ ਜੀ ਮਨਮੁਖਾਂ ਦੀ ਦਸ਼ਾ ਤੇ ਹਾਲਤ ਹੈ। ਦੁਸ਼ਟਾਂ ਸੇਤੀ ਪਿਰਹੜੀ ਜਾਨ ਸਿਉ ਬਾਦ ਕਰਨ। ਮਨਮੁਖਾਂ ਦੀ ਸਭ ਤੋਂ ਪ੍ਰਥਮ ਬਿਰਤੀ ਇਹ ਹੈ ਕਿ ਦੁਸ਼ਟਾਂ ਸੇਤੀ ਪਿਰਹੜੀ, ਉਹਨਾਂ ਦੀ ਦੁਸ਼ਟਾਂ ਨਾਲ ਪ੍ਰੀਤ ਹੈ। ਦੁਸ਼ਟਾਂ ਨਾਲ, ਸੰਤਾਂ ਨਾਲ ਵੈਰ ਕਮਾਵਦੇ, ਦੁਸ਼ਟਾਂ ਨਾਲ ਮੋਹ ਪਿਆਰ। ਮਨਮੁਖ ਦੁਸ਼ਟਾਂ ਨਾਲ ਪ੍ਰੇਮ ਕਰਦੇ ਆ ਤੇ ਜਨ ਸਿਉ ਬਾਦ ਕਰਨ, ਰੱਬ ਦੇ ਪਿਆਰਿਆਂ ਨਾਲ ਝਗੜਾ ਕਰਦੇ। ਦੁਸ਼ਟਾਂ ਨਾਲ ਪ੍ਰੀਤ ਤੇ ਰੱਬ ਦੇ ਪਿਆਰਿਆਂ ਨਾਲ ਝਗੜਾ, ਇਹ ਮਨਮੁਖਾਂ ਦਾ ਆਚਾਰ ਹੈ। ਨਾਨਕ ਸਾਕਤ ਨਰਕ ਮੈਂ ਜਮ ਬੱਧੇ ਦੁਖ ਸਹਾਨਾ। ਧੰਨ ਗੁਰੂ ਅਮਰਦਾਸ ਸਾਹਿਬ ਕਹਿੰਦੇ ਇਹੋ ਜਿਹੇ ਜਿਹੜੇ ਸਾਕਤ ਨੇ ਉਹ ਨਰਕਾਂ ਵਿੱਚ ਪੈਂਦੇ ਨੇ ਔਰ ਜਮਪੁਰੀ ਵਿੱਚ ਬੱਧੇ ਦੁੱਖ ਸਹਿੰਦੇ ਹਨ। ਪਿਆ ਕਿਰਤ ਕਮਾਵਦੇ ਜਿਵ ਰਾਖੈ ਤਿਵੈ ਰਹਾਨਾ। ਕੀ ਕਰਨ ਇਹੋ ਜਿਹੇ ਸਾਕਤਾਂ ਦੇ ਮੱਥੇ ਤੇ ਪਰਮੇਸ਼ਰ ਨੇ ਕਰਮ ਹੀ ਇਹੋ ਜਿਹੇ ਪਾਏ ਨੇ, ਕਿਰਤ ਕਮਾਉਂਦੇ ਆਪਣੇ ਕੀਤੇ ਕਰਮ। ਜਿਵੇਂ ਵਾਹਿਗੁਰੂ ਪਰਮੇਸ਼ਰ ਇਹਨਾਂ ਕੋਲੋਂ ਇਹਨਾਂ ਦੇ ਕੀਤੇ ਕਰਮਾਂ ਮੁਤਾਬਕ ਕਰਾਉਂਦਾ ਹੈ, ਤਿਵੇਂ ਕਰਮ ਕਰਦੇ ਹਨ। ਮਹੱਲਾ ਤੀਜਾ ਜਿਨੇ ਸਤਿਗੁਰ ਸੇਵਿਆ ਤਾਣ ਨਿਤਾਣੇ ਤਿਸ। ਧੰਨ ਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ, ਜਿਨ੍ਹਾਂ ਨੇ ਆਪਣੇ ਸਤਿਗੁਰਾਂ ਦੀ ਸੇਵਾ ਕੀਤੀ ਹੈ ਉਹਨਾਂ ਨਿਤਾਣਿਆਂ ਨੂੰ ਆਪਣੇ ਗੁਰੂ ਦਾ ਤਾਣ ਮਿਲ ਗਿਆ। ਜਿਨ੍ਹਾਂ ਨਿਤਾਣਿਆਂ ਨੇ, ਬਲਹੀਣਿਆਂ ਨੇ, ਕਮਜ਼ੋਰਾਂ ਨੇ ਗੁਰੂ ਦੀ ਸੇਵਾ ਕੀਤੀ, ਉਹ ਬਲਵਾਨ ਹੋ ਗਏ, ਉਹ ਤਾਣ ਦੇ ਸਹਿਤ ਹੋ ਗਏ। ਉਹਨਾਂ ਚਿੜੀਆਂ ਨੂੰ ਵੀ ਗੁਰਦੇਵ ਨੇ ਇੰਨਾ ਬਲ ਦੇ ਦਿੱਤਾ ਕਿ ਬਾਜਾਂ ਨੂੰ ਤਰੋੜ ਸੁੱਟਣ ਦੀ ਸ਼ਕਤੀ ਆ ਗਈ। ਕੱਲੇ ਕੱਲੇ ਨੂੰ 1.25 ਲੱਖ ਨਾਲ ਲੜਨ ਵਾਲਾ ਬਣਾ ਦਿੱਤਾ। ਜਿਨ੍ਹਾਂ ਨੇ ਆਪਣੇ ਸਤਿਗੁਰਾਂ ਨੂੰ ਸੇਵਿਆ ਤਾਣ ਨਿਤਾਣੇ ਤਿਸ। ਨਿਤਾਣਿਆਂ ਨੂੰ ਇਹੀ ਤਾਣ ਹੈ ਆਪਣੇ ਗੁਰੂ ਦਾ। ਸਾਸ ਗਿਰਾਸ ਸਦਾ ਮਨ ਵਸੈ ਜਾਮ ਜੋਹਿ ਨਾ ਸਕੈ ਤਿਸ। ਜਿਨ੍ਹਾਂ ਦੇ ਮਨ ਵਿੱਚ ਸਵਾਸ ਗਰਾਸ ਪਰਮੇਸ਼ਰ ਦਾ ਨਾਮ ਵਸਦਾ ਹੈ, ਜੰਮ ਫੜਨਾ ਤਾਂ ਕੀ, ਉਹਨਾਂ ਵੱਲ ਵੇਖ ਵੀ ਨਹੀਂ ਸਕਦੇ ਨਾਮ ਜਪਣ ਵਾਲਿਆਂ ਵੱਲ। ਉਹਨਾਂ ਨੂੰ ਪਕੜ ਕੇ ਜੋੜਨਾ ਤਾਂ ਇੱਕ ਪਾਸੇ ਰਿਹਾ, ਕਹਿੰਦੇ ਵੇਖ ਵੀ ਨਹੀਂ ਸਕਦੇ। ਹਿਰਦੈ ਹਰ ਹਰ ਨਾਮ ਰਸ ਕਵਲਾ ਸੇਵਕ ਤਿਸ। ਕਹਿੰਦੇ ਜਿਨ੍ਹਾਂ ਦੇ ਹਿਰਦੇ ਵਿੱਚ ਹਰੀ ਦੇ ਨਾਮ ਦਾ ਰਸ ਹੈ ਨਾ, ਕਵਲਾ ਮਾਇਆ ਲక్ష్ਮੀ, ਕਹਿੰਦੇ ਉਹਦੀ ਸੇਵਕ ਬਣ ਕੇ ਉਹਦੇ ਚਰਨਾਂ 'ਚ ਰਹਿੰਦੀ ਹੈ। ਜਿਹੜੀ ਮਾਇਆ ਪਿੱਛੇ ਸਾਰੀ ਦੁਨੀਆ ਦੌੜੀ ਫਿਰਦੀ, ਉਹ ਮਾਇਆ ਰੱਬ ਦੇ ਪਿਆਰਿਆਂ ਦੇ ਚਰਨਾਂ ਵਿੱਚ ਹੱਥ ਜੋੜ ਕੇ ਖਲੋਤੀ ਰਹਿੰਦੀ ਹੈ। ਕਿਉਂਕਿ ਰੱਬ ਦੇ ਪਿਆਰਿਆਂ ਦੇ ਹਿਰਦਿਆਂ ਵਿੱਚ ਹਰੀ ਦੇ ਨਾਮ ਦਾ ਰਸ ਹੈ। ਕਵਲਾ ਸੇਵਕ ਤਿਸ, ਤੇ ਕਵਲਾ ਮਾਇਆ ਉਹਨਾਂ ਦੀ ਸੇਵਕ ਹੈ। ਹਰ ਦਾਸਾ ਕਾ ਦਾਸ ਹੋਏ ਪਰਮ ਪਦਾਰਥ ਤਿਸ। ਮੈਂ ਹਰੀ ਦੇ ਦਾਸਾਂ ਦਾ ਦਾਸ ਹਾਂ, ਇਹੀ ਮੇਰੇ ਲਈ ਪਰਮ ਪਦਾਰਥ ਸ੍ਰੇਸ਼ਟ ਪਦਾਰਥ ਹੈ। ਨਾਨਕ ਮਨ ਤਨ ਜਿਸ ਪ੍ਰਭ ਵਸੈ ਹਉ ਸਦ ਕੁਰਬਾਨ ਤਿਸ। ਧੰਨ ਗੁਰੂ ਅਮਰਦਾਸ ਸਾਹਿਬ ਕਹਿੰਦੇ, ਜਿਨ੍ਹਾਂ ਦੇ ਮਨ ਤੇ ਤਨ ਵਿੱਚ ਪ੍ਰਭੂ ਵਸਦਾ, ਮੈਂ ਉਹਨਾਂ ਤੋਂ ਸਦਾ ਲਈ ਕੁਰਬਾਨ ਜਾਵਾਂ।
ਉਹਨਾਂ ਤੋਂ ਸਦਾ ਲਈ ਬਲਿਹਾਰ ਜਾਵਾਂ। ਜਿਸ ਕੋ ਪੂਰਬ ਲਿਖਿਆ ਰਸ ਸੰਤ ਜਨਾ ਸਿਉ ਤਿਸ। ਜਿਨ੍ਹਾਂ ਦੇ ਪੂਰਬਲੇ ਜਨਮਾਂ ਦੇ ਕਰਮ ਚੰਗੇ ਨੇ ਉਹਨਾਂ ਨੂੰ ਸੰਤ ਜਨਾਂ ਦੀ ਸੰਗਤ ਦਾ ਰਸ ਪ੍ਰਾਪਤ ਹੁੰਦਾ ਹੈ। ਸਾਧੂਆਂ ਤੇ ਸੰਤ ਜਨਾਂ ਦਾ ਸੰਗ ਹਰ ਇੱਕ ਨੂੰ ਨਹੀਂ ਮਿਲਦਾ। ਜਿਨ੍ਹਾਂ ਦੇ ਕਰਮਾਂ ਵਿੱਚ ਪੂਰਬਲੇ ਜਨਮਾਂ ਦੇ ਲੇਖ ਚੰਗੇ ਸਨ ਉਹਨਾਂ ਨੂੰ ਸੰਤ ਜਨਾਂ ਦਾ ਸੰਗ ਪ੍ਰਾਪਤ ਹੋਇਆ। ਪੌੜੇ ਜੋ ਬੋਲੇ ਪੂਰਾ ਸਤਿਗੁਰੂ ਸੋ ਪਰਮੇਸ਼ਰ ਸੁਣਿਆ। ਜਿਹੜਾ ਪੂਰੇ ਸਤਿਗੁਰਾਂ ਨੂੰ ਬੋਲਦਾ ਹੈ, ਪੂਰੇ ਸਤਿਗੁਰਾਂ ਦੀ ਵਡਿਆਈ ਕਰਦਾ ਹੈ, ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਪੂਰਾ ਸਤਿਗੁਰੂ ਜੋ ਬੋਲਦਾ ਹੈ ਉਹ ਪਰਮੇਸ਼ਰ ਵੀ ਸੁਣਦਾ। ਆਖੋ ਸਤਿਨਾਮ ਸ੍ਰੀ। ਇਹ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਜਿਹੜੀ ਬਾਣੀ ਮੇਰੇ ਸਾਹਿਬਾਂ ਨੇ ਉਚਾਰੀ ਹੈ ਪਰਮੇਸ਼ਰ ਆਪ ਸੁਣਦਾ ਇਸ ਬਾਣੀ ਨੂੰ। ਜਦੋਂ ਕੋਈ ਬਾਣੀ ਪੜ੍ਹਦਾ ਹੈ ਨਾ, ਕੀਰਤਨੀਆਂ ਕੀਰਤਨ ਕਰੇ, ਕੋਈ ਪਾਠੀ ਪਾਠ ਕਰੇ, ਨਿਤਨੇਮੀ ਨਿਤਨੇਮ ਕਰੇ, ਤੇ ਇਸ ਬਾਣੀ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਆਪ ਸੁਣਦੇ ਨੇ, ਕਿਉਂਕਿ ਇਹ ਬਾਣੀ ਪਰਮੇਸ਼ਰ ਨੇ ਗੁਰੂ ਰੂਪ ਹੋ ਕੇ ਉਚਾਰਨ ਕੀਤੀ ਹੈ। ਹਾਂਜੀ। ਸੋਈ ਵਰਤਿਆ ਜਗਤ ਮੈਂ ਘਾਟ ਘਾਟ ਮੁਖ ਪਣਿਆ। ਜੋ ਸਤਿਗੁਰੂ ਜੀ ਨੇ ਕਿਹਾ ਉਹੀ ਇਸ ਜਗਤ ਵਿੱਚ ਵਰਤਿਆ। ਮੇਰੇ ਸਤਿਗੁਰਾਂ ਦਾ ਕਿਹਾ ਹੋਇਆ ਬਚਨ ਸੰਸਾਰ ਦੇ ਵਿੱਚ ਘਟ ਘਟ ਦੇ ਵਿੱਚ ਸੱਚ ਹੋ ਕੇ ਵਰਤਦਾ ਹੈ। ਬਹੁਤ ਵਡਿਆਈਆ ਸਾਹਿਬ ਨਹਿ ਜਾਹੀ ਗਣੀਆਂ। ਮੇਰੇ ਗੁਰੂ ਦੀਆਂ ਵਡਿਆਈਆਂ ਬਹੁਤ ਨੇ, ਮੈਂ ਗਿਣਤੀ ਨਹੀਂ ਕਰ ਸਕਦਾ। ਗੁਰੂ ਰਾਮਦਾਸ ਸਾਹਿਬ ਕਹਿੰਦੇ ਮੇਰੇ ਗੁਰੂ ਦੀਆਂ ਵਡਿਆਈਆਂ ਬਹੁਤ ਨੇ, ਮੈਂ ਉਹਨਾਂ ਦੀ ਗਿਣਤੀ ਮਿਣਤੀ ਨਹੀਂ ਕਰ ਸਕਦਾ। ਸੱਚ ਸਹਿਜ ਆਨੰਦ ਸਤਿਗੁਰੂ ਪਾਸ ਸੱਚੀ ਗੁਰਮਣੀਆਂ। ਮੇਰੇ ਗੁਰੂ ਕੋਲ ਸੱਚਾ ਸਹਿਜ ਹੈ, ਆਨੰਦ ਹੈ। ਮੇਰਾ ਗੁਰੂ ਬੇਅੰਤ ਮਾਣਕਾਂ ਦਾ, ਮਣੀਆਂ ਕਹੀਏ ਬੇਅੰਤ ਮਾਣਕਾਂ ਦਾ, ਮੋਤੀਆਂ ਦਾ ਮਾਲਕ ਹੈ, ਜਿਹਦੇ ਕੋਲ ਸਾਰੇ ਸ਼ੁਭ ਗੁਣਾ ਰੂਪੀ ਮਣੀਆਂ ਹਨ। ਨਾਨਕ ਸੰਤ ਸਵਾਰੇ ਪਾਰ ਬ੍ਰਹਮਾ ਸੱਚੇ ਜਿਉ ਬਣਿਆ। ਮੇਰੇ ਗੁਰੂ ਦੀ ਮਣੀਆਂ ਕਹੀਏ ਪੂਜਾ ਜਿਹੜੀ ਮੰਨਤਾ ਉਹ ਸੱਚੀ ਹੈ। ਪੌੜੀ ਦੀ ਸਮਾਪਤੀ ਕਰਦਿਆਂ ਪਾਤਸ਼ਾਹ ਕਹਿੰਦੇ ਸੰਤ ਸਵਾਰੇ ਪਾਰ ਬ੍ਰਹਮ। ਰੱਬ ਦੇ ਪਿਆਰਿਆਂ ਸੰਤਾਂ ਨੂੰ ਰੱਬ ਨੇ ਆਪ ਸਵਾਰਿਆ, ਸੱਚੇ ਜਿਉ ਬਣਿਆ। ਉਹ ਸੱਚੇ ਵਿੱਚ ਹੀ ਮਿਲ ਕੇ ਸੱਚੇ ਦਾ ਸਰੂਪ ਹੋ ਗਏ, ਜਿਨ੍ਹਾਂ ਸੰਤ ਜਨਾਂ ਨੂੰ ਵਾਹਿਗੁਰੂ ਨੇ ਆਪ ਤਰਸ ਕਰਕੇ ਆਪਣੇ ਹੱਥੀਂ ਸਵਾਰਿਆ ਹੈ। ਸਤਿਗੁਰੂ ਜੀ ਕਿਰਪਾ ਕਰਨ, ਇਹ ਪਾਵਨ ਪਵਿੱਤਰ ਗੁਰਬਾਣੀ ਦੇ ਪਵਿੱਤਰ ਵਿਚਾਰ ਸਾਡੇ ਸਾਰਿਆਂ ਦੇ ਤਪਦਿਆਂ ਬਲਦਿਆਂ ਸੜਦਿਆਂ ਹਿਰਦਿਆਂ ਵਿੱਚ ਵਸ ਜਾਵੇ, ਔਰ ਸਾਡਾ ਗਾਵਿਆ ਸੁਣਿਆ ਸਤਿਗੁਰੂ ਜੀ ਥਾਂ ਪਾ ਲੈਣ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।